Good morning, students. I am Amardeep Singh from Bhagwan Mahavir Government Senior Secondary School, Raikot. So, students, ਅੱਜ ਮੈਂ ਬ੍ਰਿਕ ਮਸਨਰੀ ਟੌਪਿਕ ਉੱਤੇ ਇਹ ਪੀਪੀਟੀ ਤਿਆਰ ਕੀਤੀ ਹੈ। ਇਸ ਪੀਪੀਟੀ ਵਿੱਚ ਸਟੂਡੈਂਟਸ ਅਸੀਂ ਪੜ੍ਹਾਂਗੇ ਬ੍ਰਿਕ ਮਸਨਰੀ ਕੀ ਹੁੰਦੀ ਹੈ ਅਤੇ ਇਸ ਨੂੰ ਕਿਵੇਂ ਕੀਤਾ ਜਾਂਦਾ ਹੈ ਅਤੇ ਇਸ ਦੇ ਕਿਹੜੇ ਅਲੱਗ-ਅਲੱਗ ਪ੍ਰਕਾਰ ਹਨ। ਸਭ ਤੋਂ ਪਹਿਲਾਂ ਓਵਰਵਿਊ ਬ੍ਰਿਕ ਮਸਨਰੀ ਕੀ ਹੁੰਦੀ ਹੈ। ਸੈਕੰਡ ਪੁਆਇੰਟ, ਆਈਡੈਂਟੀਫਾਈ ਐਂਡ ਯੂਜ਼ ਡਿਫਰੈਂਟ ਟਾਈਪਸ ਆਫ ਮਟੀਰੀਅਲ ਇਨ ਬ੍ਰਿਕ ਮਸਨਰੀ ਕਿ ਬ੍ਰਿਕ ਮਸਨਰੀ ਵਿੱਚ ਅਸੀਂ ਜਿਹੜੇ ਅਲੱਗ-ਅਲੱਗ ਮਟੀਰੀਅਲ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ। ਦੈਨ ਥਰਡ ਪੁਆਇੰਟ, ਯੂਜ਼ ਟੂਲਸ ਇਨ ਬ੍ਰਿਕ ਮਸਨਰੀ ਮੀਨਸ ਇੱਟਾਂ ਦੀ ਚਿਣਾਈ ਕਰਨ ਲਈ ਸਾਨੂੰ ਕਿਹੜੇ ਅਲੱਗ-ਅਲੱਗ ਟੂਲਸ ਜਾਂ ਸੰਦਾਂ ਜਾਂ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ। ਦੈਨ ਫੋਰਥ ਪੁਆਇੰਟ ਇਜ਼ ਕੰਸਟਰਕਟ ਡਿਫਰੈਂਟ ਟਾਈਪਸ ਆਫ ਬ੍ਰਿਕ ਮਸਨਰੀ। ਜੋ ਅਸੀਂ ਬ੍ਰਿਕ ਮਸਨਰੀ ਹਾਂ ਇਹ ਕਿਹੜੇ ਅਸੀਂ ਅਲੱਗ-ਅਲੱਗ ਪ੍ਰਕਾਰ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਵਾਟ ਇਜ਼ ਬ੍ਰਿਕ ਮਸਨਰੀ ਕੀ ਹੁੰਦੀ ਹੈ। ਇਨ ਬ੍ਰਿਕ ਮਸਨਰੀ ਦਾ ਬ੍ਰਿਕਸ ਆਰ ਅਰੇਂਜਡ ਐਂਡ ਬੈਡਾਰਡ ਇਨ ਮੋਰਟਰ ਸੋ ਐਜ਼ ਟੂ ਫਾਰਮ ਅ ਵਾਲ। ਬ੍ਰਿਕ ਮਸਨਰੀ ਵਿੱਚ ਅਸੀਂ ਬ੍ਰਿਕਸ ਨੂੰ ਮੋਟਾਰ ਮੀਨਸ ਸੀਮੈਂਟ ਮਸਾਲੇ ਨਾਲ ਇਸ ਤਰ੍ਹਾਂ ਅਰੇਂਜ ਕਰਦੇ ਹਾਂ ਤਾਂ ਜੋ ਇੱਕ ਬਹੁਤ ਵਧੀਆ ਦੀਵਾਰ ਬਣਦੀ ਹੈ। ਸੈਕੰਡ ਪੁਆਇੰਟ, ਬ੍ਰਿਕ ਮਸਨਰੀ ਇਜ਼ ਕੰਸਟਰਕਸ਼ਨ in which uniform units of bricks are placed with one hand and these bricks are laid in course with mortar joints to form wall. Brick masonry construction ਵਿੱਚ ਅਸੀਂ ਇੱਕ ਯੂਨੀਫਾਰਮ ਸਾਈਜ਼ ਸ਼ੇਪ ਦੀਆਂ ਬ੍ਰਿਕਸ ਇੱਟਾਂ ਮੀਨਸ ਇਹਨਾਂ ਦੀ ਵਰਤੋਂ ਕਰਦੇ ਹਾਂ ਅਤੇ ਇਹਨਾਂ ਨੂੰ ਮੋਟਾਰ ਨਾਲ ਇੱਕ ਰੱਦੇ ਵਿੱਚ ਲਗਾਉਂਦੇ ਹਾਂ ਤਾਂ ਜਾ ਕੇ ਇੱਕ ਵਧੀਆ ਦੀਵਾਰ ਬਣਦੀ ਹੈ। ਦੈਨ ਮਟੀਰੀਅਲ ਯੂਜ਼ਡ ਇਨ ਬ੍ਰਿਕ ਮਸਨਰੀ ਕਰਨ ਲਈ ਸਾਨੂੰ ਕਿਹੜੇ ਅਲੱਗ-ਅਲੱਗ ਮਟੀਰੀਅਲਸ ਦੀ ਜ਼ਰੂਰਤ ਪੈਂਦੀ ਹੈ। ਆਮ ਗੱਲ ਹੈ ਬੇਟਾ, ਜੇ ਅਸੀਂ ਸਟੂਡੈਂਟਸ ਕਿਤੇ ਬ੍ਰਿਕ ਮਸਨਰੀ ਕਰਨੀ ਹੋਵੇ ਜਾਂ ਬ੍ਰਿਕ ਮਸਨਰੀ ਦੀ ਚਿਣਾਈ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਬ੍ਰਿਕਸ ਦੀ ਜ਼ਰੂਰਤ ਪੈਂਦੀ ਹੈ। ਦੈਨ ਬ੍ਰਿਕਸ ਨੂੰ ਮੋਟਾਰ ਨਾਲ ਫਿਕਸ ਕੀਤਾ ਜਾਂਦਾ ਹੈ ਇੱਟ ਚਿਣਾਈ ਵਿੱਚ। ਸੋ ਦ ਕਾਮਨ ਮਟੀਰੀਅਲਸ ਇੰਪਲੋਇਡ ਫॉर ਬ੍ਰਿਕ ਮਸਨਰੀ construction are here. First is bricks ਇੱਟਾਂ, second one is mortar ਮਸਾਲਾ means ਸੀਮੈਂਟ ਮੋਟਾਰ ਜਿਸ ਨਾਲ ਅਸੀਂ ਇੱਟਾਂ ਨੂੰ ਚਿਣਾਈ ਵਿੱਚ ਲਗਾਉਂਦੇ ਹਾਂ ਜਾਂ ਰੱਦਿਆਂ ਵਿੱਚ ਲਗਾਉਂਦੇ ਹਾਂ। ਦੈਨ ਬ੍ਰਿਕਸ ਕੀ ਹੁੰਦੀਆਂ ਹਨ। ਇਹ ਬ੍ਰਿਕ ਇਸ ਬਿਲਡਿੰਗ ਮਟੀਰੀਅਲ used to make a wall, pavement and other element in masonry construction. ਬ੍ਰਿਕ ਜੋ ਹੈ ਇੱਕ ਬਿਲਡਿੰਗ ਮਟੀਰੀਅਲ ਹੈ ਜਿਸ ਦੀ ਵਰਤੋਂ ਅਸੀਂ ਦੀਵਾਰ ਬਣਾਉਣ ਵਿੱਚ, ਪੇਮੈਂਟ ਬਣਾਉਣ ਵਿੱਚ ਅਤੇ ਹੋਰ ਮਸਨਰੀ ਕੰਸਟਰਕਸ਼ਨ ਵਿੱਚ ਇਸ ਦੀ ਅਸੀਂ ਵਰਤੋਂ ਕਰਦੇ ਹਾਂ। ਸੈਕੰਡ ਪੁਆਇੰਟ ਹੈ, ਬ੍ਰਿਕਸ ਆਰ ਮੈਨੂਫੈਕਚਰ ਬਾਈ ਮੋਲਡਿੰਗ ਅਰਥ ਇਨ ਰੈਕਟੈਂਗੂਲਰ ਬਲੌਕਸ ਆਫ ਐਨੀ ਯੂਨੀਫਾਰਮ ਸ਼ੇਪ ਐਂਡ ਸਾਈਜ਼। ਬ੍ਰਿਕਸ ਨੂੰ ਅਸੀਂ ਬੇਟਾ ਸਟੂਡੈਂਟਸ ਅਸੀਂ ਸਭ ਨੇ ਦੇਖਿਆ ਹੋਵੇਗਾ, ਬ੍ਰਿਕਸ ਨੂੰ ਅਸੀਂ ਇੱਕ ਮਿੱਟੀ ਤੋਂ ਤਿਆਰ ਕਰਦੇ ਹਾਂ। ਮਿੱਟੀ ਦਾ ਇੱਕ ਸਾਂਚਾ, ਇੱਕ ਰੈਕਟੈਂਗੂਲਰ ਆਕਾਰ ਵਿੱਚ ਸਾਂਚਾ ਹੁੰਦਾ ਹੈ। ਮਿੱਟੀ ਨੂੰ ਅਸੀਂ ਉਸ ਵਿੱਚ ਪਾਉਂਦੇ ਹਾਂ ਅਤੇ ਇੱਕ ਸ਼ੇਪ ਅਤੇ ਸਾਈਜ਼ ਵਿੱਚ ਅਸੀਂ ਰੈਕਟੈਂਗੂਲਰ ਟਾਈਪ ਵਿੱਚ ਇੱਟਾਂ ਬਣਾਉਂਦੇ ਹਾਂ। ਦੈਨ ਥਰਡ ਪੁਆਇੰਟ, the standard size of brick is kept as 19 into 9 into 9 centimeter. Their nominal size is considered as 1220 into 10 into 10 centimeter. So student ISI ਸਟੈਂਡਰਡ ਸਾਈਜ਼ ਇੰਡੀਆ ਦਾ ਜੋ ਹੈ ਬ੍ਰਿਕਸ ਦਾ ਉਹ 19 into 19 into 9 ਸੈਂਟੀਮੀਟਰ ਆਧਾਰਿਤ ਕੀਤਾ ਗਿਆ ਹੈ। ਸੋ ਪੂਰੇ ਇੰਡੀਆ ਵਿੱਚ ਇਹ ਇੱਕ ਸਟੈਂਡਰਡ ਸਾਈਜ਼ ਹੈ ਬ੍ਰਿਕਸ ਦਾ। ਦੈਨ ਇਸ ਤੋਂ ਬਾਅਦ ਮੋਟਾਰ ਇਜ਼ ਅ ਮਟੀਰੀਅਲ used in masonry construction to fill the gap between the bricks and blocks used in construction. ਮੋਟਾਰ ਇੱਕ ਐਸਾ ਮਟੀਰੀਅਲ ਹੈ ਜਿਸ ਦੀ ਵਰਤੋਂ ਅਸੀਂ ਚਿਣਾਈ ਦੇ ਕੰਮਾਂ ਵਿੱਚ ਕਰਦੇ ਹਾਂ, ਜਿਸ ਨਾਲ ਅਸੀਂ ਦੋ ਇੱਟਾਂ ਦੀ ਆਪਸ ਵਿੱਚ ਮਿਲਣ ਵਾਲੀ ਜਗ੍ਹਾ ਦੀ ਜੋ ਗੈਪ ਹੈ ਉਸ ਨੂੰ ਮੋਟਾਰ ਨਾਲ ਭਰਦੇ ਹਾਂ ਅਤੇ ਇਹ ਇੱਕ ਬੰਧਕ ਇੱਟਾਂ ਨੂੰ ਜੋੜ ਕੇ ਰੱਖਣ ਵਾਲਾ ਮਟੀਰੀਅਲ ਹੈ। ਦੈਨ ਮੋਟਾਰ ਇਜ਼ ਅ ਮਿਕਸਚਰ ਆਫ ਸੈਂਡ, ਏ ਬਾਈਂਡਰ ਸੱਚ ਐਜ਼ ਸੀਮੈਂਟ ਔਰ ਲਾਈਮ ਐਂਡ ਵਾਟਰ ਐਂਡ ਇਜ਼ ਅਪਲਾਈਡ ਐਜ਼ ਅ ਪੇਸਟ ਵਿਚ ਦੈਨ ਸੈਟਸ ਹਾਰਡ। ਮੋਟਾਰ ਜੋ ਹੈ ਉਹ ਸੈਂਡ
ਐਂਡ ਬਾਈਂਡਰ ਮਟੀਰੀਅਲ, ਚਾਹੇ ਸੀਮੈਂਟ ਚਾਹੇ ਲਾਈਮ ਦਾ ਮਿਕਸਚਰ ਹੁੰਦਾ ਹੈ। ਦੈਨ ਅਸੀਂ ਉਸ ਵਿੱਚ ਵਾਟਰ ਅਪਲਾਈ ਕਰਕੇ ਉਸ ਦੀ ਇੱਕ ਪੇਸਟ ਤਿਆਰ ਕਰਦੇ ਹਾਂ। ਦੈਨ ਉਹ ਹੌਲੀ ਹੌਲੀ ਇੱਕ ਹਾਰਡ ਮਤਲਬ ਪੇਸਟ ਤੋਂ ਇੱਕ ਹਾਰਡ ਮਟੀਰੀਅਲ ਬਣ ਜਾਂਦਾ ਹੈ ਜੋ ਇੱਟਾਂ ਨੂੰ ਪਕੜ ਕੇ ਰੱਖਦਾ ਹੈ। ਦਾ ਕਾਮਨਲੀ ਯੂਜ਼ਡ ਮੋਟਾਰ ਆਰ, ਜੋ ਆਮ ਤੌਰ 'ਤੇ ਅਸੀਂ ਮੋਟਾਰ ਚਿਣਾਈ ਵਿੱਚ ਇੱਟ ਚਿਣਾਈ ਵਿੱਚ ਯੂਜ਼ ਕਰਦੇ ਹਾਂ ਜਾਂ ਵਰਤੋਂ ਕਰਦੇ ਹਾਂ, ਉਹ 4 ਕਿਸਮ ਦੇ ਹੁੰਦੇ ਹਨ। ਲਾਈਮ ਮੋਟਾਰ, ਸੀਮੈਂਟ ਮੋਟਾਰ, ਲਾਈਮ ਸੁਰਖੀ ਮੋਟਾਰ ਐਂਡ ਮਡ ਮੋਟਾਰ। ਲਾਈਮ ਮੋਟਾਰ ਉਹ ਹੁੰਦਾ ਹੈ ਸਟੂਡੈਂਟ ਜਿਸ ਵਿੱਚ ਜੋ ਲਾਈਮ ਹੈ ਉਹ ਮੁੱਖ ਬੰਧਕ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਸੀਮੈਂਟ ਮੋਟਾਰ ਸਟੂਡੈਂਟਸ ਉਹ ਹੁੰਦਾ ਹੈ ਜਿਸ ਵਿੱਚ ਸੀਮੈਂਟ ਮੁੱਖ ਬੰਧਕ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਐਂਡ ਦੈਨ ਸੇਮ ਲਾਈਮ ਸੁਰਖੀ ਮੋਟਾਰ ਜਿਸ ਵਿੱਚ ਲਾਈਮ ਸੁਰਖੀ ਦੀ ਵਰਤੋਂ ਕੀਤੀ ਜਾਂਦੀ ਹੈ। ਐਂਡ ਦੈਨ ਫੋਰਥ ਵਨ ਇਜ਼ ਮਡ ਮੋਟਾਰ, ਮਿੱਟੀ ਜਾਂ ਗਾਰੇ ਦਾ ਮੋਟਾਰ ਜਿਸ ਨਾਲ ਅਸੀਂ ਇਸ ਨੂੰ ਜਾਣਦੇ ਹਾਂ। ਦੈਨ ਟੂਲ ਯੂਜ਼ ਰਿਕੁਆਇਰਡ ਫॉर ਬ੍ਰਿਕ ਮਸਨਰੀ। ਬ੍ਰਿਕ ਮਸਨਰੀ ਕਰਨ ਲਈ ਸਾਨੂੰ ਕਿਹੜੇ ਅਲੱਗ ਅਲੱਗ ਟੂਲਸ ਦੀ ਜ਼ਰੂਰਤ ਪੈਂਦੀ ਹੈ। ਸਭ ਤੋਂ ਪਹਿਲਾਂ ਹੈ ਸਟੂਡੈਂਟਸ ਟਰੋਵਲ। ਇਟ ਇਜ਼ ਦੀ ਮੋਸਟ ਇੰਪੋਰਟੈਂਟ ਟੂਲ ਯੂਜ਼ਡ ਇਨ ਬ੍ਰਿਕ ਮਸਨਰੀ। ਇਟ ਇਜ਼ ਅਵੇਲੇਬਲ ਇਨ ਸਾਈਜ਼ varying from 5 cm to 30 cm in lengths. Trowel are used for lifting and spreading mortar, for forming joints and also for cutting bricks. So students, ਟਰੋਵਲ ਇੱਕ ਬਹੁਤ ਹੀ ਇੰਪੋਰਟੈਂਟ ਟੂਲ ਹੈ ਜਿਸ ਦੀ ਵਰਤੋਂ ਅਸੀਂ ਇੱਟ ਚਿਣਾਈ ਵਿੱਚ ਕਰਦੇ ਹਾਂ। ਇਹ ਅਲੱਗ-ਅਲੱਗ ਸਾਈਜ਼ ਵਿੱਚ ਉਪਲਬਧ ਹੁੰਦਾ ਹੈ। 5 ਸੈਂਟੀਮੀਟਰ ਤੋਂ 30 ਸੈਂਟੀਮੀਟਰ ਦੀ ਲੰਬਾਈ ਵਿੱਚ ਇਹ ਉਪਲਬਧ ਹੁੰਦਾ ਹੈ। ਟਰੋਵਲ ਦੀ ਵਰਤੋਂ ਮਸਾਲਾ ਚੁੱਕਣ ਅਤੇ ਫੈਲਾਉਣ ਲਈ ਕੀਤੀ ਜਾਂਦੀ ਹੈ। ਮੀਨ ਟੂ ਸੇ ਅਸੀਂ ਟਰੋਵਲ ਨਾਲ ਮਸਾਲੇ ਨੂੰ ਤਸਲੇ ਵਿੱਚ ਉਠਾਉਂਦੇ ਹਾਂ ਅਤੇ ਇੱਟ ਚਿਣਾਈ ਉੱਪਰ ਫੈਲਾ ਕੇ ਫਿਰ ਉਸ ਉੱਪਰ ਇੱਟ ਲਗਾਉਂਦੇ ਹਾਂ। ਦੈਨ ਟਰੋਵਲ ਦੀ ਵਰਤੋਂ ਇੱਟਾਂ ਨੂੰ ਕੱਟਣ ਲਈ ਵੀ ਕੀਤੀ ਜਾਂਦੀ ਹੈ। ਦੈਨ ਸੈਕਿੰਡ ਇਸ ਵਿੱਚ ਹੈ ਪਲੰਬ ਰੂਲ ਐਂਡ ਬੋਬ। ਇਟ ਇਜ਼ ਫਾਰਮ ਆਫ ਅ ਸਮੂਥ ਵੁਡਨ ਪੀਸ ਆਫ 2 ਮੀਟਰ ਲੈਂਥ। ਇਹ ਇੱਕ ਸਮੂਥ ਵਿਡਨ ਪੀਸ ਹੁੰਦਾ ਹੈ ਜਿਸ ਦੀ ਲੰਬਾਈ 2 ਮੀਟਰ ਤੱਕ ਹੁੰਦੀ ਹੈ। 10 ਸੈਂਟੀਮੀਟਰ ਵਿੱਥ ਹੁੰਦੀ ਹੈ। 10 ਸੈਂਟੀਮੀਟਰ ਇਸ ਦੀ ਵਿੱਥ ਹੁੰਦੀ ਹੈ। ਦੈਨ 1 ਸੈਂਟੀਮੀਟਰ ਥਿਕ ਹੈਵਿੰਗ ਇਟਸ ਲੌਂਗ ਐਜ ਪੈਰਲਲ ਟੂ ਈਚ ਅਦਰ। ਦੈਨ 1 ਸੈਂਟੀਮੀਟਰ ਇਸ ਦੀ ਲੌਂਗ ਐਜ ਪੈਰਲਲ ਟੂ ਈਚ ਅਦਰ ਮੀਨਸ ਜਿਸ ਤੋਂ ਅਸੀਂ ਉੱਪਰ ਤੋਂ ਇਸ ਨੂੰ ਚੈੱਕ ਕਰਨ ਲਈ ਜਦੋਂ ਉੱਪਰ ਅਸੀਂ ਲਗਾਉਂਦੇ ਹਾਂ ਉਹ 1 ਸੈਂਟੀਮੀਟਰ ਥਿਕ ਹੁੰਦਾ ਹੈ। ਇਟ ਇਜ਼ ਯੂਜ਼ ਫॉर ਚੈਕਿੰਗ ਦੀ ਵਰਟੀਕਲੀ ਆਫ ਦੀ ਫੇਸਿਸ ਆਫ ਬ੍ਰਿਕ ਵਰਕ। ਇਸ ਦੀ ਵਰਤੋਂ ਅਸੀਂ ਇੱਟ ਚਿਣਾਈ ਦੀ ਵਰਟੀਕਲ ਪਰਖ ਕਰਨ ਲਈ ਕਰਦੇ ਹਾਂ ਕਿ ਇਹ ਜੋ ਇੱਟ ਚਿਣਾਈ ਹੈ ਇਹ ਬਿਲਕੁਲ ਵਰਟੀਕਲ ਬਿਲਕੁਲ ਸਹੀ ਹੈ। ਇਸ ਦੀ ਪਰਖ ਕਰਨ ਲਈ ਇਸ ਦੀ ਜ਼ਰੂਰਤ ਸਾਨੂੰ ਪੈਂਦੀ ਹੈ। ਦੈਨ ਨੈਕਸਟ ਟੂਲ ਹੈ ਜੋ ਸਟ੍ਰੇਟ ਐਜ। ਇਸ ਨੂੰ ਪੰਜਾਬੀ ਵਿੱਚ ਅਲੱਗ-ਅਲੱਗ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਫੰਟੀ ਪਲਸਤਰ ਕਰਨ ਲਈ ਤੁਸੀਂ ਦੇਖਿਆ ਹੋਵੇਗਾ ਆਮ ਹੀ ਮਿਸਤਰੀਆਂ ਕੋਲ। ਦਿਸ ਟੂਲ ਇਜ਼ ਯੂਜ਼ ਫॉर ਚੈਕਿੰਗ ਦੀ ਅਲਾਈਨਮੈਂਟ ਆਫ ਫੇਸਿਸ ਆਫ ਬ੍ਰਿਕ ਵਰਕ ਆਫ ਏ ਵਾਲ ਔਰ ਪਿੱਲਰ। ਹਾਂ, ਸੋ ਇਸ ਦੀ ਵਰਤੋਂ ਸੇਮ ਉਹੀ ਕਿ ਬ੍ਰਿਕ ਵਰਕ ਦੀ ਜੋ ਹੋਰੀਜੈਂਟਲ ਐਂਡ ਵਰਟੀਕਲ ਪਰਖ ਕਰਨ ਲਈ ਇਸ ਦੀ ਅਸੀਂ ਵਰਤੋਂ ਕਰਦੇ ਹਾਂ। ਇਸ ਨੂੰ ਦੀਵਾਰ ਦੇ ਫੇਸਾਂ ਨਾਲ ਲਗਾ ਕੇ ਦੇਖਿਆ ਜਾਂਦਾ ਹੈ ਕਿ ਜੋ ਇਹ ਚਿਣਾਈ ਹੈ ਇਹ ਬਿਲਕੁਲ ਫੇਸ ਟੂ ਫੇਸ ਬਰਾਬਰ ਹੈ, ਇੱਕੋ ਜਿਹੀ ਹੈ। ਦੈਨ ਇਸ ਤੋਂ ਬਾਅਦ ਮੈਸਨ ਸਕੁਏਅਰ। ਦਿਸ ਇਜ਼ ਐਨ ਐਗਜ਼ੈਕਟਲੀ ਰਾਈਟ ਐਂਗਲ ਪੀਸ ਮੇਡ ਆਫ ਸਟੀਲ ਔਰ ਵੁਡਨ ਸੈਕਸ਼ਨ। ਇਹ ਇੱਕ ਐਗਜ਼ੈਕਟਲੀ ਰਾਈਟ ਐਂਗਲ ਹੁੰਦਾ ਹੈ। ਇਹ ਸਟੀਲ ਜਾਂ ਵੁਡਨ ਸੈਕਸ਼ਨ ਜਾਂ ਲੱਕੜੀ ਦੇ ਸੈਕਸ਼ਨ ਦਾ ਬਣਿਆ ਹੁੰਦਾ ਹੈ। ਇਟ ਇਜ਼ ਯੂਜ਼ ਫॉर ਚੈਕਿੰਗ ਰਾਈਟ ਐਂਗਲ ਅਤੇ ਇਹਨਾਂ ਦੀ ਵਰਤੋਂ ਰਾਈਟ ਐਂਗਲ ਚੈੱਕ ਕਰਨ ਲਈ ਕੀਤਾ ਜਾਂਦਾ ਹੈ। ਇਸ ਨੂੰ ਪੰਜਾਬੀ ਭਾਸ਼ਾ ਵਿੱਚ ਗੁਣੀਆਂ ਵੀ ਕਿਹਾ ਜਾਂਦਾ ਹੈ। ਇਸ ਗੁਣੀਆਂ ਦੀ ਵਰਤੋਂ ਅਸੀਂ ਗੁਣੀਆਂ ਚੈੱਕ ਕਰਨ ਲਈ ਕਰਦੇ ਹਾਂ ਕਿ ਸਪੋਜ਼ ਕਿ ਸਾਡਾ ਕਮਰਾ ਹੈ ਉਸ ਵਿੱਚ ਅਸੀਂ ਟਾਈਲਾਂ ਲਗਾਉਣੀਆਂ ਹਨ। ਜੇਕਰ ਸਾਡਾ ਕਮਰਾ ਗੁਣੀਆਂ ਵਿੱਚ ਨਹੀਂ ਹੋਵੇਗਾ ਤਾਂ ਇੱਕ ਸਾਈਡ ਮੰਨ ਲਓ ਸਾਡੀਆਂ 5 ਟਾਈਲਾਂ ਲੱਗੀਆਂ ਹਨ। ਜੇਕਰ ਉਹ ਕਮਰਾ ਗੁਣੀਆਂ ਵਿੱਚ ਨਹੀਂ ਹੈ ਤਾਂ ਜਾਂਦਾ ਜਾਂਦਾ ਅਖੀਰ ਵਿੱਚ ਉੱਥੇ 4 ਟਾਈਲਾਂ ਲੱਗਣਗੀਆਂ। ਸੋ ਇਸ ਲਈ ਮੈਸਨ ਸਕੁਏਅਰ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਜੋ ਕਮਰਾ ਹੈ ਜੋ ਉਹਦੇ ਚਾਰੋਂ ਕੋਨੇ ਹੈ ਸਕੁਏਅਰ ਜਾਂ ਕੋਈ ਵੀ ਬਿਲਡਿੰਗ ਬਣਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੁਣੀਆਂ ਜਾਂ ਮੈਸਨ ਸਕੁਏਅਰ ਦੀ ਵਰਤੋਂ ਕਰਦੇ ਹਾਂ ਰਾਈਟ ਐਂਗਲ ਚੈੱਕ ਕਰਨ ਲਈ। ਦੈਨ ਸਪਿਰਿਟ ਲੈਵਲ। ਸੋ ਸਪਿਰਿਟ ਲੈਵਲ ਸਟੂਡੈਂਟ ਤੁਸੀਂ ਸਭ ਨੇ ਦੇਖਿਆ ਹੋਵੇਗਾ ਆਮ ਹੀ ਮੈਸਨਸ ਕੋਲ। ਸੋ ਇਸ ਟੂਲ ਦੀ ਵਰਤੋਂ ਅਸੀਂ
ਜੋ ਇਸ ਵਿੱਚ ਵੇਖੋ ਵਾਟਰ ਬਬਲ ਬਣੇ ਹੁੰਦੇ ਹਨ, ਜੋ ਸਭ ਤੋਂ ਪਹਿਲਾਂ ਸੈਂਟਰ ਵਿੱਚ ਇੱਕ ਵਾਟਰ ਬਬਲ ਬਣਿਆ ਹੈ ਲੰਬਾਈ ਵਿੱਚ ਸੈਂਟਰ ਵਿੱਚ, ਉਸ ਦੀ ਵਰਤੋਂ ਅਸੀਂ ਹੌਰੀਜੈਂਟਲ ਪਰਖ ਕਰਨ ਲਈ ਕਰਦੇ ਹਾਂ। ਅਤੇ ਜੋ ਸਾਈਡ ਦੇ ਦੋ ਕੋਨਿਆਂ ਵਿੱਚ ਜੋ ਬਬਲਸ ਨੇ ਦੋ, ਉਹਨਾਂ ਦੀ ਵਰਤੋਂ ਅਸੀਂ ਵਰਟੀਕਲ ਪਰਖ ਕਰਨ ਲਈ ਕਰਦੇ ਹਾਂ। ਮੀਨਸ ਇੱਕ ਚਿਨਾਈ ਹੋਈ ਹੈ, ਅਸੀਂ ਉਸ ਚਿਨਾਈ ਨਾਲ ਲਗਾ ਕੇ ਉਹ ਦੇਖਦੇ ਹਾਂ ਉਹ ਚਿਨਾਈ ਸਿੱਧੀ ਹੈ ਜਾਂ ਟੇਢੀ ਹੈ, ਇਸ ਲਈ ਇਸ ਸਟ੍ਰੇਟ ਐਜ ਦੀ ਸਪਿਰਿਟ ਲੈਵਲ ਦੀ ਵਰਤੋਂ ਕਰਦੇ ਹਾਂ। ਦਿਸ ਟੂਲ ਇਜ਼ ਯੂਜ਼ਡ ਅਲੋਂਗ ਵਿਦ ਦੀ ਸਟ੍ਰੇਟ ਐਜ ਨਾਲ ਇਸ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸ ਲਈ ਕੀਤੀ ਜਾਂਦੀ ਹੈ? ਲੈਵਲ ਚੈੱਕ ਕਰਨ ਲਈ, ਫਲੋਰਸ, ਰੂਫਸ ਐਟਸੈਕਟਰਾ। ਫਲੋਰ ਮੀਨਸ ਫਰਸ਼ਾਂ ਲਈ, ਰੂਫ ਮੀਨਸ ਛੱਤਾਂ ਦੀ ਜੋ ਲੈਵਲ ਹੈ ਉਹ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਦੈਨ ਸਟੀਲ ਟੇਪ। ਸੋ ਸਟੂਡੈਂਟ, ਸਟੀਲ ਟੇਪ ਦਾ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਬ੍ਰਿਕ ਮਸਨਰੀ ਵਿੱਚ। ਇਸ ਦੀ ਮਦਦ ਨਾਲ ਜੋ ਮੈਸਨ ਹੈ ਉਹ ਬ੍ਰਿਕ ਮਸਨਰੀ ਦੀ ਲੈਂਥ ਔਰ ਹਾਈਟ ਵਗੈਰਾ ਮਿਣਤੀ ਕਰਦਾ ਹੈ। ਦਿਸ ਇਜ਼ ਯੂਜ਼ਲੀ ਏ ਸਟੀਲ ਟੇਪ ਹੈਵਿੰਗ 2 ਮੀਟਰ ਲੈਂਥ ਮਾਰਕ ਅਪ ਟੂ 1/10 ਆਫ ਏ ਸੈਂਟੀਮੀਟਰ। ਇਟ ਇਜ਼ ਯੂਜ਼ ਫॉर ਚੈਕਿੰਗ ਸਮਾਲ ਮੇਜਰਮੈਂਟ। ਇਹ ਅਲੱਗ-ਅਲੱਗ ਸਟੀਲ ਟੇਪ ਹੈ ਜੋ ਅਲੱਗ-ਅਲੱਗ ਆਕਾਰ ਵਿੱਚ ਹੁੰਦਾ ਹੈ। ਮੀਨ ਟੂ ਸੇ 2 ਮੀਟਰ 5 ਮੀਟਰ ਵਿੱਚ ਵੀ ਉਪਲਬਧ ਹੁੰਦਾ ਹੈ। ਸੋ ਇਹਨਾਂ ਦੀ ਵਰਤੋਂ ਵੀ ਜੋ ਮੈਸਨ ਹੈ ਉਹ ਲੰਬਾਈ ਉਚਾਈ ਚੈੱਕ ਕਰਨ ਲਈ ਇਸ ਦੀ ਯੂਜ਼ ਜਾਂ ਇਸ ਦੀ ਵਰਤੋਂ ਕਰਦਾ ਹੈ। ਦੈਨ ਇਸ ਤੋਂ ਬਾਅਦ ਬ੍ਰਿਕ ਹੈਮਰ। ਵਨ ਐਂਡ ਆਫ ਦਿਸ ਹੈਮਰ ਇਜ਼ ਸਕੁਏਅਰ। ਇੱਕ ਸਿਰਾ ਇਸ ਹੈਮਰ ਦਾ ਸਕੁਏਅਰ ਹੁੰਦਾ ਹੈ। ਐਂਡ ਦੀ ਅਦਰ ਐਂਡ ਇਜ਼ ਸ਼ਾਰਪ ਐਜ। ਅਤੇ ਦੂਸਰਾ ਜੋ ਸਿਰਾ ਇਸ ਹਥੌੜੇ ਦਾ ਹੁੰਦਾ ਹੈ ਹੈਮਰ ਦਾ, ਉਹ ਤਿੱਖਾ ਸ਼ਾਰਪ ਐਜ ਮਤਲਬ ਤਿੱਖਾ ਐਜ ਹੁੰਦਾ ਹੈ। ਇਟ ਇਜ਼ ਯੂਜ਼ਡ ਫॉर ਕਟਿੰਗ ਬ੍ਰਿਕਸ ਟੂ ਡਿਫਰੈਂਟ ਸ਼ੇਪਸ ਐਂਡ ਸਾਈਜ਼। ਬ੍ਰਿਕ ਪੇਵਿੰਗ, ਸਟਿਕਿੰਗ ਨੇਲਸ ਐਟਸੈਕਟਰਾ। ਸੋ ਇਸ ਦੀ ਵਰਤੋਂ ਇੱਟਾਂ ਨੂੰ ਅਲੱਗ-ਅਲੱਗ ਆਕਾਰ ਵਿੱਚ ਕੱਟਣ ਲਈ ਵੀ ਕੀਤੀ ਜਾਂਦੀ ਹੈ ਅਤੇ ਦੀਵਾਰ ਵਿੱਚ ਨੇਲਸ ਕਿੱਲ ਵਗੈਰਾ ਲਗਾਉਣ ਲਈ ਵੀ ਇਸ ਹੈਮਰ ਦੀ ਵਰਤੋਂ ਕੀਤੀ ਜਾਂਦੀ ਹੈ। ਦੈਨ ਬੌਂਡ ਐਂਡ ਇਟਸ ਟਾਈਪਸ। Bond means when bricks are laid adjacent to each other, forming a groove in between the bricks which is filled by cement mortar is called a bond. Bonding helps in even distribution of load over a large area. So ਜਦੋਂ ਬ੍ਰਿਕਸ ਨੂੰ ਅਸੀਂ ਸੀਮੈਂਟ ਮੋਟਾਰ ਦੇ ਨਾਲ ਜੋ ਗਰੂਵ ਕੱਟ ਕੇ ਜਾਂ ਅਲੱਗ-ਅਲੱਗ ਉਸ ਦੇ ਜੋ ਪ੍ਰਕਾਰ ਅਸੀਂ ਕਰਕੇ ਲਗਾਉਂਦੇ ਹਾਂ ਉਸ ਨੂੰ ਅਸੀਂ ਬ੍ਰਿਕ ਬੌਂਡ ਕਹਿੰਦੇ ਹਾਂ। ਜੋ ਸੀਮੈਂਟ ਮੋਟਾਰ ਦੇ ਨਾਲ ਜੋ ਸਾਨੂੰ ਚਿਨਾਈ ਵਿੱਚ ਜੋੜ ਦਿਖਾਈ ਦਿੰਦੇ ਹਨ ਹੌਰੀਜੈਂਟਲ ਵਰਟੀਕਲੀ, ਉਹਨਾਂ ਨੂੰ ਅਸੀਂ ਬੌਂਡ ਕਹਿੰਦੇ ਹਾਂ। ਬੌਂਡ ਜੋ ਹੈ ਦੀਵਾਰ ਉੱਪਰ ਇੱਕ ਯੂਨੀਫਾਰਮ ਡਿਸਟਰੀਬਿਊਸ਼ਨ ਲੋਡ ਕਰਨ ਲਈ ਵਰਤਿਆ ਜਾਂਦਾ ਹੈ ਜਾਂ ਇਸ ਦੀ ਬਹੁਤ ਸਹਾਇਤਾ ਕਰਦਾ ਹੈ। ਕਿਵੇਂ? ਮੰਨ ਲਓ ਸਾਡੀ ਦੀਵਾਰ ਹੈ, ਯੂਨੀਫਾਰਮ ਡਿਸਟਰੀਬਿਊਸ਼ਨ ਮੀਨਸ ਇੱਕੋ ਦੀਵਾਰ ਉੱਤੇ ਇੱਕੋ ਤਰ੍ਹਾਂ ਦਾ ਵੰਡ ਕੇ ਲੋਡ ਪਵੇਗਾ ਦੀਵਾਰ ਉੱਪਰ ਲੋਡ। ਦੈਨ ਉਸ ਤੋਂ ਬਾਅਦ ਬੌਂਡਸ ਆਰ ਕਲਾਸੀਫਾਈਡ ਇਨ ਡਿਫਰੈਂਟ ਟਾਈਪਸ। ਆਮ ਤੌਰ 'ਤੇ ਸਟੂਡੈਂਟਸ 4 ਤਰ੍ਹਾਂ ਦੇ ਐਸੇ ਬ੍ਰਿਕ ਬੌਂਡਸ ਹਨ ਜਿਨ੍ਹਾਂ ਦੀ ਅਸੀਂ ਕੰਸਟਰਕਸ਼ਨ ਜਾਂ ਉਸਾਰੀ ਦੇ ਕੰਮਾਂ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਇੰਗਲਿਸ਼ ਬੌਂਡ, ਸੈਕਿੰਡ ਵਨ ਇਜ਼ ਫਲੈਮਿਸ਼ ਬੌਂਡ, ਥਰਡ ਵਨ ਇਜ਼ ਹੈਡਰ ਬੌਂਡ ਐਂਡ ਫੋਰਥ ਵਨ ਇਜ਼ ਸਟ੍ਰੈਚਰ ਬੌਂਡ। ਸੋ ਸਭ ਤੋਂ ਪਹਿਲਾਂ स्टूडेंट दिस वन इज इंग्लिश बॉन्ड। इंग्लिश बॉन्ड, व्हाट इज इंग्लिश बॉन्ड? इंग्लिश बॉन्ड क्या होता है ਜਾਂ इंग्लिश बॉन्ड ਕੀ ਹੁੰਦਾ ਹੈ? इंग्लिश बॉन्ड ਇੱਕ ਐਸੀ ਚਾਲ ਹੈ ਜਿਸ ਵਿੱਚ ਇੱਕ ਰੱਦਾ ਹੈਡਰ ਦਾ ਅਤੇ ਇੱਕ ਰੱਦਾ ਸਟ੍ਰੈਚਰ ਦਾ ਹੁੰਦਾ ਹੈ। ਮੀਨ ਟੂ ਸੇ ਇਨ ਇੰਗਲਿਸ਼ ਬੌਂਡ ਦੇਅਰ ਇਜ਼ ਵਨ ਕੋਰਸ ਆਫ ਸਟ੍ਰੈਚਰ ਐਂਡ ਵਨ ਕੋਰਸ ਆਫ ਹੈਡਰ। ਜੋ ਇਹਨਾਂ ਦੇ ਜੋੜ ਬੌਂਡਸ ਜੋ ਇੱਟ ਚਨਾਈ ਦੇ ਜੋੜ ਹੁੰਦੇ ਹਨ, ਇਹਨਾਂ ਦੀ ਕੁਈਨ ਕਲੋਜ਼ਰ ਮੀਨਸ ਇੱਟ ਨੂੰ ਕੱਟ ਕੇ ਕੁਈਨ ਕਲੋਜ਼ਰ ਲਗਾਏ ਜਾਂਦੇ ਹਨ ਤਾਂ ਜੋ ਇੱਟ ਦੇ ਜੋੜ ਆਪਸ ਵਿੱਚ ਨਾ ਮਿਲਣ। ਦੈਨ ਉਸ ਤੋਂ ਬਾਅਦ ਫਲੈਮਿਸ਼ ਬੌਂਡ। ਫਲੈਮਿਸ਼ ਬੌਂਡ ਸਟੂਡੈਂਟਸ ਕੀ ਹੁੰਦੀ ਹੈ? ਫਲੈਮਿਸ਼ ਬੌਂਡ ਉਹ ਚਾਲ ਹੁੰਦੀ ਹੈ ਜਿਸ ਵਿੱਚ ਇੱਕੋ ਰੱਦੇ ਵਿੱਚ ਇੱਕ ਇੱਟ ਨੂੰ ਅਸੀਂ ਸਟ੍ਰੈਚਰ ਵਿੱਚ ਲਗਾਉਂਦੇ ਹਾਂ ਅਤੇ ਦੂਸਰੀ ਇੱਟ ਨੂੰ ਅਸੀਂ ਹੈਡਰ ਵਿੱਚ ਲਗਾਉਂਦੇ ਹਾਂ। ਮੀਨ ਟੂ ਸੇ ਇੱਕ ਇੱਟ ਨੂੰ ਲੰਬਾਈ ਵਿੱਚ ਰੱਖਿਆ ਜਾਂਦਾ ਹੈ ਅਤੇ ਦੂਸਰੀ ਇੱਟ ਨੂੰ ਉਸ ਦੀ ਚੌੜਾਈ ਵਿੱਚ ਰੱਖਿਆ ਜਾਂਦਾ ਹੈ। ਸੋ ਜਦੋਂ ਇਸ ਚਿਨਾਈ ਨੂੰ ਅਸੀਂ ਸਾਹਮਣੇ ਤੋਂ ਦੇਖਦੇ ਹਾਂ ਤਾਂ ਸਾਨੂੰ ਸਟੂਡੈਂਟਸ ਕੀ ਦਿਖਾਈ ਦਿੰਦਾ ਹੈ? ਇੱਕ ਇੱਟ ਦਾ ਹੈਡ ਦਿਖਾਈ ਦਿੰਦਾ ਹੈ, ਦੈਨ ਇੱਟ ਦੀ ਸਟ੍ਰੈਚਰ ਲੰਬਾਈ ਦਿਖਾਈ ਦਿੰਦੀ ਹੈ, ਦੈਨ ਫਿਰ ਹੈਡਰ ਫਿਰ ਸਟ੍ਰੈਚਰ। ਸੋ ਦੈਨ ਇਸ ਤੋਂ ਬਾਅਦ ਹੈਡਰ ਬੌਂਡ। ਹੈਡਰ ਬੌਂਡ ਵਿੱਚ ਕੀ ਹੈ ਸਟੂਡੈਂਟਸ?
ਜੋ ਸਾਰੀਆਂ ਇੱਟਾਂ ਨੇ ਉਹ ਹੈਡਰ ਦੇ ਰੂਪ ਵਿੱਚ ਲਗਾਈਆਂ ਜਾਂਦੀਆਂ ਹਨ। ਮੀਨ ਟੂ ਸੇ ਜਦੋਂ ਅਸੀਂ ਸਾਹਮਣੇ ਤੋਂ ਦੇਖਦੇ ਹਾਂ ਤਾਂ ਸਾਨੂੰ ਸਾਰੀਆਂ ਇੱਟਾਂ ਦੇਖਣ ਵਿੱਚ ਉਸ ਦੇ ਹੈਡਰ ਹੀ ਦਿਖਾਈ ਦਿੰਦਾ ਹੈ, ਉਸ ਨੂੰ ਹੈਡਰ ਬੌਂਡ ਕਹਿੰਦੇ ਹਨ। ਸੋ ਇਸ ਦੇ ਜੋ ਕ੍ਰਮਵਾਰ ਜੋੜ ਹਨ, ਇਹਨਾਂ ਨੂੰ ਬ੍ਰਿਕ ਬੈਟਸ ਨਾਲ ਜਾਂ ਬ੍ਰਿਕ ਬੈਟਸ ਦਾ ਇਸਤੇਮਾਲ ਕਰਕੇ ਅਸੀਂ ਇਹਨਾਂ ਕ੍ਰਮਵਾਰ ਜੋੜਾਂ ਨੂੰ ਤੋੜਦੇ ਹਾਂ ਤਾਂ ਜੋ ਇਸ ਚਿਣਾਈ ਦੇ ਜੋੜ ਆਮੋ ਸਾਹਮਣੇ ਨਾ ਆਵਣ। ਦੈਨ ਉਸ ਤੋਂ ਬਾਅਦ ਸਟ੍ਰੈਚਰ ਬੌਂਡ। ਸੋ ਸਟੂਡੈਂਟ, ਸਟ੍ਰੈਚਰ ਬੌਂਡ ਇਸ ਚਾਲ ਦੀ ਵਰਤੋਂ ਅਸੀਂ ਖਾਸ ਤੌਰ 'ਤੇ ਬਾਥਰੂਮਾਂ ਜਾਂ ਕਿਸੇ ਕਮਰੇ ਵਿੱਚ ਜਦੋਂ ਅਸੀਂ ਪਾਰਟੀਸ਼ਨ ਕਰਨੀ ਹੋਵੇ ਸਟੂਡੈਂਟਸ, ਤਾਂ ਤਦ ਅਸੀਂ ਚਿਣਾਈ ਦੀ ਵਰਤੋਂ ਕਰਦੇ ਹਾਂ। ਇਹ ਲੋਡ ਬੇਰਿੰਗ ਵਾਲਸ ਨਹੀਂ ਹੁੰਦੀਆਂ, ਜਸਟ ਇਹਨਾਂ ਦੀ ਅਸੀਂ ਵਰਤੋਂ ਇੱਕ ਕਵਰ ਕਰਨ ਲਈ, ਇੱਕ ਪਰਦਾ ਕਰਨ ਲਈ ਇਸ ਦੀ ਵਰਤੋਂ ਕਰਦੇ ਹਾਂ। ਇਸ ਚਿਣਾਈ ਦਾ ਆਕਾਰ 4-4.5 ਇੰਚੀ ਹੁੰਦਾ ਹੈ। ਸੋ ਇਹ ਕੁਝ 4 ਕਿਸਮ ਦੀਆਂ ਚਿਣਾਈਆਂ ਸਨ ਜਿਨ੍ਹਾਂ ਦੀ ਵਰਤੋਂ ਅਸੀਂ ਇੱਟ ਚਿਣਾਈ ਵਿੱਚ ਕਰਦੇ ਹਾਂ। ਸੋ ਥੈਂਕਸ ਸਟੂਡੈਂਟਸ।